ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਧੰਨ ਵਾਹਿਗੁਰੂ ਸਾਹਿਬ ਜੀ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ। ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ। ਗੱਲੀ ਗਿਨੈ ਨ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ। ਸਤਿਗੁਰੂ ਸੁਣਾਇਆ ਕਹੈ ਨਾਨਕ ਸ਼ਬਦ ਸੋਹਿਲਾ। ਸਤਿਗੁਰੂ ਸੁਣਾਇਆ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ। ਹਲਤ ਪਲਤ ਸਵਾਰ ਦੇਨਹਾਰ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਤੇ ਸਦਕਾ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਰਲ ਮਿਲ ਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ। ਪਿਛਲੇ ਸਮੇਂ ਤੋਂ ਜੋ ਆਨੰਦ ਬਾਣੀ ਦੇ ਆਪਾਂ ਬੰਦਾਂ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ, ਅੱਜ ਦਾ ਜੋ ਬੰਦ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ। ਸਤਿਗੁਰੂ ਜੀ ਕੀ ਉਪਦੇਸ਼ ਦਿੰਦੇ ਨੇ, ਕੀ ਸਿੱਖਿਆ ਦਿੰਦੇ ਨੇ, ਆਓ ਰਲ ਮਿਲ ਕੇ ਆਪਾਂ ਵਿਚਾਰਨ ਦਾ ਯਤਨ ਕਰੀਏ। ਸੋ ਬੇਨਤੀ ਹੈ ਭਾਈ ਸੰਗਤਾਂ ਨੂੰ ਜੋ ਅਜੇ ਤੱਕ ਭਾਈ ਗੁਰਦਰਬਾਰ ਵਿੱਚ ਨਹੀਂ ਪਹੁੰਚੀਆਂ, ਸੋ ਭਾਈ ਜ਼ਰੂਰ ਸਮੇਂ 'ਚ ਸਮਾਂ ਕੱਢ ਕੇ ਪਹੁੰਚਣ ਦਾ ਯਤਨ ਕਰਿਆ ਕਰੋ। ਹੋਰ ਅਗਲੇਰੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਜੀ।
ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤੇ ਦੀ ਸਿਫਤ ਸਲਾਹ ਦੇ ਵਿੱਚ ਜੁੜਨਾ ਚਾਹੀਦਾ ਹੈ ਤੇ ਥੋੜ੍ਹਾ ਨਹੀਂ ਸਮਾਂ ਨਹੀਂ। ਸਤਿਗੁਰੂ ਜੀ ਕਹਿੰਦੇ ਹਰ ਪਲ ਹਰ ਸਮੇਂ ਜੁੜ। ਅੱਜ ਦਾ ਜੋ ਪਾਵਨ ਵਾਕ ਗੁਰੂ ਅਮਰਦਾਸ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਇਹ ਸੁਹੇਲਾ ਸ਼ਬਦ ਸੁਹਾਵਾ। ਸੁਹੇਲਾ ਗਾ, ਸੁਹੇਲੇ ਦਾ ਭਾਵ ਹੁੰਦਾ ਹੈ ਖੁਸ਼ੀ ਦਾ ਗੀਤ, ਆਨੰਦ ਦੇਣ ਵਾਲਾ। ਸੁਹੇਲਾ ਭਾਵ ਖੁਸ਼ੀ ਦਾ ਗੀਤ। ਤੇ ਸਤਿਗੁਰੂ ਜੀ ਕਹਿੰਦੇ ਸੁਹੇਲਾ ਗਾ ਜ਼ਰੂਰ, ਪਰ ਸੁਹੇਲਾ ਗਾਉਣਾ ਕਿਹੜਾ ਹੈ ਸਤਿਗੁਰੂ ਜੀ ਵੀ ਨਾਲ ਦੱਸਦੇ ਨੇ। ਸੁਹੇਲਾ ਗਾ ਪਰ ਕਿਹੜਾ? ਸ਼ਬਦ ਸੁਹਾਵਾ। ਸ਼ਬਦ ਦਾ ਸੁਹੇਲਾ ਗਾ ਜਿਹੜਾ ਹਮੇਸ਼ਾ ਸੁਹਾਵਾ ਰਹਿੰਦਾ ਹੈ, ਜਿਹੜਾ ਹਮੇਸ਼ਾ ਆਨੰਦ ਦੇਣ ਵਾਲਾ ਹੈ। ਇਹ ਸੁਹੇਲਾ ਸ਼ਬਦ ਸੁਹਾਵਾ। ਖੁਸ਼ੀ ਦਾ ਗੀਤ ਗਾ, ਪਰ ਗਾ ਕਿਹੜਾ? ਸ਼ਬਦ ਦਾ ਸੁਹੇਲਾ ਗਾ, ਮਤਲਬ ਕਿ ਸ਼ਬਦ ਨੂੰ ਗਾ, ਸ਼ਬਦ ਨੂੰ ਸੁਹੇਲਾ ਬਣਾ ਕੇ ਗਾ। ਕਿਉਂਕਿ ਦੁਨੀਆ ਦੇ ਵਿੱਚ ਖੁਸ਼ੀ ਦੇ ਸਮੇਂ ਜਿਵੇਂ ਦਾ ਮਾਹੌਲ ਹੁੰਦਾ ਹੈ, ਲੋਕ ਸੁਹੇਲੇ ਗਾਉਂਦੇ ਨੇ, ਖੁਸ਼ੀ ਦੇ ਗੀਤ ਗਾਉਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਸੁਹੇਲਾ ਗਾ ਜ਼ਰੂਰ ਰਿਹਾ ਹੈ। ਉਸ ਸੁਹੇਲੇ ਦੇ ਵਿੱਚ ਉਸ ਰੱਬੀ ਹੁਕਮ ਨੂੰ ਭੁਲਾ ਕੇ ਤੂੰ ਗਾ ਰਿਹਾ ਹੈ। ਉਸ ਪ੍ਰਮਾਤਮਾ ਦਾ ਜਿਹੜਾ ਨਿਰਮਲ ਭਾਉ ਹੈ, ਉਹਦੇ ਪ੍ਰਮਾਤਮਾ ਦਾ ਜਿਹੜਾ ਬਾਣਾ ਹੈ, ਉਹਨੂੰ ਭੁਲਾ ਕੇ ਤੂੰ ਗਾ ਰਿਹਾ ਹੈ। ਬੜੇ ਤਰੀਕਿਆਂ ਦੇ ਨਾਲ ਦੁਨੀਆ ਦੇ ਵਿੱਚ ਸੁਹੇਲੇ ਗਾਏ ਜਾਂਦੇ ਨੇ। ਸਤਿਗੁਰੂ ਜੀ ਮੁਖਾਰਬਿੰਦ ਤੋਂ ਉਚਾਰਨ ਵੀ ਕਰਦੇ ਨੇ ਮਾਰੂ ਰਾਗ ਦੇ ਅੰਦਰ। ਜਦੋਂ ਕਹਿੰਦੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਏ, ਖੁਸ਼ੀ ਦਾ ਮਾਹੌਲ ਬਣਦਾ ਹੈ, ਬੱਚੇ ਦਾ ਜਨਮ ਹੋਇਆ, ਉਦੋਂ ਵੀ ਸੁਹੇਲੇ ਗਾਏ ਜਾਂਦੇ ਨੇ। ਇੱਕ ਤਾਂ ਸਤਿਗੁਰੂ ਜੀ ਸ਼ਬਦ ਸੁਹਾਵਾ ਸੁਹੇਲੇ ਦੀ ਗੱਲ ਕਰਦੇ ਨੇ, ਸ਼ਬਦ ਸੁਹੇਲੇ ਦੀ। ਇੱਕ ਸਤਿਗੁਰੂ ਜੀ ਕਹਿੰਦੇ ਸੁਹੇਲਾ ਗਾਇਆ ਜਾਂਦਾ ਹੈ ਜਦੋਂ ਬੱਚਾ ਜਨਮ ਲੈਂਦਾ ਹੈ, ਤੇ ਕਹਿੰਦੇ ਉਦੋਂ ਸੁਹੇਲੇ ਨੇ ਜਿਹੜੇ ਅਗਿਆਨਤਾ ਵੱਸ ਹੋ ਕੇ ਗਾਏ ਜਾਂਦੇ ਨੇ, ਖੁਸ਼ੀ ਦੇ ਗੀਤ ਗਾਏ ਜਾਂਦੇ ਨੇ। ਬੱਚੇ ਦਾ ਜਨਮ ਹੁੰਦਾ ਹੋਵੇ, ਘਰ ਦੇ ਵਿੱਚ ਹੋਇਆ, ਬੜੀ ਖੁਸ਼ੀ ਦਾ ਸਮਾਂ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਮਨਾ ਖੁਸ਼ੀ। ਖੁਸ਼ੀ ਮਨਾਉਣਾ ਜਾਇਜ਼ ਹੈ, ਮਾੜਾ ਨਹੀਂ। ਸਤਿਗੁਰੂ ਜੀ ਖੁਸ਼ੀ ਮਨਾਉਣ ਤੋਂ ਨਹੀਂ ਰੋਕਦੇ, ਪਰ ਗੱਲ ਇਹ ਹੈ ਕਿ ਸ਼ਬਦ ਨਹੀਂ ਵਿਸਰਨਾ ਚਾਹੀਦਾ। ਉਸ ਰੱਬੀ ਹੁਕਮ ਨੂੰ ਯਾਦ ਰੱਖ ਕੇ ਤੂੰ ਖੁਸ਼ੀ ਦੇ ਜਿਹੜੇ ਗੀਤ ਨੇ ਉਹ ਗਾ, ਰੱਬ ਨਾ ਵਿਸਰ ਜਾਵੇ ਕਿਤੇ। ਤੇ ਸਤਿਗੁਰੂ ਜੀ ਕਹਿੰਦੇ ਜਨਮੇ ਕੋ ਵਾਜੈ ਵਾਜਾਏ। ਜਦੋਂ ਜੀਵ ਜੰਮਦਾ ਹੈ ਤਾਂ ਬੜੇ ਖੁਸ਼ੀ ਦੇ ਵਾਜੇ ਵਜਾਏ ਜਾਂਦੇ ਨੇ, ਖੁਸ਼ੀ ਭਰਿਆ ਮਾਹੌਲ ਹੁੰਦਾ ਹੈ, ਪਾਰਟੀ ਹੁੰਦੀ ਹੈ, ਜਸ਼ਨ ਮਨਾਏ ਜਾਂਦੇ ਨੇ, ਨੱਚਿਆ ਕੁੱਦਿਆ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਉਹ ਸਾਰਾ ਕੁਝ ਹੁੰਦਾ ਉਦੋਂ ਹੈ ਜਦੋਂ ਰੱਬ ਵਿਸਰ ਜਾਵੇ। ਰੱਬ ਚੇਤੇ ਨਹੀਂ ਤਾਂ ਖੁਸ਼ੀ ਮਨਾ ਰਿਹਾ ਹੈ। ਤੇ ਗੱਲ ਇੱਕ ਸਮਝਿਓ, ਇੱਦਾਂ ਜਿੱਦਾਂ ਦੁਨਿਆਵੀ ਖੁਸ਼ੀ ਮਨਾਈ ਜਾ ਰਹੀ ਹੈ, ਉਹ ਮਨਾਉਣੀ ਕੋਈ ਮਾੜੀ ਨਹੀਂ, ਉਹ ਤੋਂ ਸਤਿਗੁਰੂ ਜੀ ਰੋਕਦੇ ਨਹੀਂ। ਜਿਵੇਂ ਦੁਨੀਆ ਦੇ ਲੋਕ ਮਨਾਉਂਦੇ ਨੇ, ਮਨਾ ਲੈਣੀ ਚਾਹੀਦੀ ਹੈ, ਪਰ ਹਾਂ ਰੱਬ ਚੇਤੇ ਹੋਣਾ ਚਾਹੀਦਾ ਹੈ। ਉਸ ਰੱਬੀ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਖੁਸ਼ੀ ਮਨਾ।
ਜਿਵੇਂ ਕਰ ਰਿਹਾ ਹੈ ਨਾਲ ਨਾਲ ਰੱਬ ਵੀ ਚੇਤੇ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਜਨਮੇ ਕੋ ਵਾਜੈ ਵਜਾਏ, ਸੋਹਿਲੇ ਗਾਏ ਜਾਂਦੇ ਨੇ, ਖੁਸ਼ੀ ਮਨਾਈ ਜਾ ਰਹੀ ਹੈ। ਪਰ ਸਤਿਗੁਰੂ ਜੀ ਕਹਿੰਦੇ ਸੋਹਿਲੜੇ ਅਗਿਆਨੀ ਗਾਏ, ਅਗਿਆਨ ਵਸ ਹੋ ਕੇ, ਅੰਨਾ ਹੋ ਕੇ ਸੋਹਿਲੇ ਗਾਏ ਜਾ ਰਹੇ ਨੇ, ਖੁਸ਼ੀ ਮਨਾਈ ਜਾਂਦੀ ਹੈ, ਸੋਹਿਲੇ ਗਾਏ ਜਾਂਦੇ ਨੇ। ਪਰ ਸੋਹਿਲੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਹੀਂ ਗਾਏ ਜਾ ਰਹੇ। ਜਾਂ ਤਾਂ ਬੰਦਾ ਬੱਚੇ ਦਾ ਜਨਮ ਹੋਇਆ ਖੁਸ਼ੀ ਮਨਾਉਂਦਾ ਹੈ, ਪਾਰਟੀ ਮਨਾਉਂਦਾ ਹੈ, ਨਸ਼ੇ ਇਤਆਦਿਕ ਵਰਤਦਾ ਹੈ, ਪਰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਨਹੀਂ, ਇਵੇਂ ਖੁਸ਼ੀ ਮਨਾ ਲਈ। ਅਤੇ ਆਮ ਸਾਡੇ ਘਰਾਂ ਦੇ ਹਾਲਾਤ ਨੇ, ਸਾਡੇ ਸਮਾਜ ਦੇ ਹਾਲਾਤ ਨੇ, ਬੱਚਾ ਜੰਮ ਪਿਆ, ਸਾਰਿਆਂ ਨੂੰ ਪਤਾ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦੀ ਦਾਤ ਹੈ, ਦੇਣ ਵਾਲਾ ਉਹ ਇੱਕ ਹੈ, ਪਰ ਖੁਸ਼ੀ ਕਿਸੇ ਹੋਰ ਦੇ ਨਾਮ ਦੀ ਮਨਾਈ ਜਾਂਦੀ ਹੈ। ਖੁਸ਼ੀ ਕਿਸੇ ਹੋਰ ਦੇ ਨਾਮ ਦੀ, ਘਰ ਦੇ ਵਿੱਚ ਖੁਸ਼ੀ ਆਈ ਹੈ ਪਰ ਸੋਹਿਲੇ ਕਿਸੇ ਹੋਰ ਦੇ ਗਾਏ ਜਾ ਰਹੇ ਨੇ, ਕਿਸੇ ਬਾਬੇ ਦੇ, ਕਿਸੇ ਫਕੀਰ ਦੇ, ਕਿਸੇ ਮੜੀਆਂ ਵਾਲੇ, ਕਿਸੇ ਕਬਰਾਂ ਵਾਲੇ ਦੇ। ਧੰਨਵਾਦ ਉਹਦਾ ਹੋ ਰਿਹਾ ਹੈ, ਸ਼ੁਕਰਾਨਾ ਉਹਦਾ ਹੋ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਜਨਮੇ ਦੇ ਉੱਤੇ ਵੀ ਸੋਹਿਲੇ ਗਾਏ ਜਾਂਦੇ ਨੇ, ਪਰ ਅਗਿਆਨ ਵਸ ਹੋ ਕੇ, ਕਿਉਂਕਿ ਸਮਝ ਨਹੀਂ ਨਾ, ਗਿਆਨ ਹੀ ਨਹੀਂ ਉਸ ਅਕਾਲ ਪੁਰਖ ਪਰਮਾਤਮਾ ਦਾ। ਉਹ ਸਮਝ ਹੀ ਨਹੀਂ ਕਿ ਦਾਤਾਂ ਦੇਣ ਵਾਲਾ ਤਾਂ ਇੱਕੋ ਹੈ, ਜਿਹੜੇ ਨੇ ਦਾਤ ਬਖਸ਼ੀ ਹੈ, ਦਿੱਤਾ ਉਸੇ ਨੇ ਹੈ। ਪਰ ਸਤਿਗੁਰੂ ਜੀ ਕਹਿੰਦੇ ਬੜਾ ਅਗਿਆਨ ਵਸ ਹੋ ਕੇ ਖੁਸ਼ੀਆਂ ਮਨਾ ਰਿਹਾ ਏ। ਪਰ ਜੇਕਰ ਉਸ ਅਕਾਲ ਪੁਰਖ ਪਰਮਾਤਮਾ ਦੇ ਭਾਣੇ 'ਚ ਹੁੰਦਾ, ਫਿਰ ਇਹਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਸੀ। ਫਿਰ ਇਹਨੂੰ ਪਤਾ ਸੀ ਕਿ ਹਾਂ ਖੁਸ਼ੀ ਆਈ ਹੈ, ਠੀਕ ਹੈ, ਰੱਬ ਦਾ ਭਾਣਾ ਹੈ, ਕੱਲ੍ਹ ਨੂੰ ਦੁੱਖ ਵੀ ਆ ਸਕਦਾ ਹੈ, ਉਦੋਂ ਵੀ ਰੱਬ ਦਾ ਭਾਣਾ ਹੀ ਰਵੇ। ਭਾਵ ਇਹ ਹੈ ਕਿ ਜਦੋਂ ਘਰ ਵਿੱਚ ਬੱਚੇ ਦਾ ਜਨਮ ਹੋਇਆ, ਖੁਸ਼ੀ ਦਾ ਸਮਾਂ ਆਇਆ, ਸਤਿਗੁਰੂ ਜੀ ਕਹਿੰਦੇ ਉਸ ਰੱਬ ਨੂੰ ਚੇਤੇ ਕਰ। ਖੁਸ਼ੀ ਵਿੱਚ ਆ ਕੇ ਜਿਵੇਂ ਅੰਨਾ ਹੋ ਜਾਣਾ ਅਤੇ ਦੁੱਖ ਹੋਵੇ ਉਦੋਂ ਰੱਬ ਵੱਲ ਨੂੰ ਭੱਜਦਾ ਹੈ। ਦੋਵੇਂ ਦੁੱਖ ਸੁੱਖਾਂ ਨੂੰ ਬਰਾਬਰ ਰੱਖਿਆ ਕਰ, ਦੁੱਖ ਅਤੇ ਸੁੱਖ ਨੂੰ ਦੋਵੇਂ ਬਰਾਬਰ ਰੱਖਿਆ ਕਰ। ਜੀਵਨ ਦੇ ਹਾਲਾਤ ਨੇ ਕਿਵੇਂ ਵੀ ਬਦਲ ਸਕਦੇ ਨੇ, ਹਰ ਪਲ ਉਸ ਰੱਬੀ ਹੁਕਮ ਦੇ ਵਿੱਚ ਭਾਣੇ ਵਿੱਚ ਰਿਹਾ ਕਰ। ਭਾਵੇਂ ਸੁੱਖ ਆ ਗਿਆ ਤਾਂ ਵੀ ਰੱਬ ਦਾ ਸ਼ੁਕਰ, ਦੁੱਖ ਆ ਗਿਆ ਤਾਂ ਵੀ ਰੱਬ ਦਾ ਸ਼ੁਕਰ ਕਰਿਆ ਕਰ। ਤੇਰੇ ਚਿੱਤ ਦੇ ਵਿੱਚ ਤਾਂ ਉਸ ਰੱਬੀ ਹੁਕਮ ਦਾ ਸੋਹਿਲਾ, ਉਸ ਪਰਮਾਤਮਾ ਦੇ ਨਾਮ ਦਾ ਖੇੜਾ, ਉਹਦਾ ਆਨੰਦ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ। ਦੁੱਖ ਆ ਗਿਆ ਤਾਂ ਵੀ ਉਹ ਸੋਹਿਲਾ ਹੈ ਜਿਹੜਾ ਤੇਰੇ ਵਿੱਚੋਂ ਨਿਕਲ ਨਾ ਜਾਵੇ। ਤੂੰ ਤਾਂ ਵੀ ਉਸ ਪਰਮਾਤਮਾ ਦੇ, ਰੱਬ ਦੇ ਖੁਸ਼ੀ ਦੇ ਗੀਤ ਗਾਉਂਦਾ ਰਹੇ। ਅਤੇ ਦੁੱਖ ਆ ਗਿਆ ਤਾਂ ਵੀ ਉਸ ਰੱਬ ਦਾ ਭਾਣਾ ਮਨ ਸ਼ਬਦ ਹੈ ਇਹ। ਅਤੇ ਸਤਿਗੁਰੂ ਜੀ ਕਹਿੰਦੇ ਜਨਮੇ ਕੋ ਵਾਜੈ ਵਜਾਏ, ਸੋਹਿਲੜੇ ਅਗਿਆਨੀ ਗਾਏ। ਜੋ ਜਨਮ ਹੈ, ਕਹਿੰਦੇ ਜਿਹੜਾ ਜੰਮਿਆ ਹੈ ਨਾ, ਇਹ ਚੇਤੇ ਰੱਖੀ। ਅੱਜ ਤਾਂ ਬੜਾ ਅੰਨਾ ਹੋ ਕੇ ਖੁਸ਼ ਹੋ ਰਿਹਾ ਹੈ, ਨੱਚ ਰਿਹਾ ਹੈ। ਜੋ ਜਨਮ ਹੈ ਤਿਸ ਸਰ ਪਰ ਮਰਨਾ, ਸਮਾਂ ਪਾ ਕੇ ਉਹਨੇ ਜ਼ਰੂਰ ਮਰਨਾ ਹੈ। ਸਰ ਪਰ ਭਾਵ ਜ਼ਰੂਰ ਮਰਨਾ ਜ਼ਰੂਰ ਹੈ। ਕਿਰਤ ਪਿਆ ਸਿਰ ਸਾਹਾ ਹੈ, ਕਹਿੰਦੇ ਕਿ ਉਹਨੇ ਮਰਨਾ ਜ਼ਰੂਰ ਹੈ, ਸਮਾਂ ਪੈ ਕੇ ਮਰ ਵੀ ਜਾਣਾ ਹੈ। ਪਰ ਇੰਨਾ ਅੰਨਾ ਨਾ ਹੋ ਕੇ ਤੈਨੂੰ ਰੱਬ ਉਦੋਂ ਭੁੱਲ ਜਾਵੇ। ਇਹ ਚੇਤੇ ਰੱਖੇ ਰੱਬ ਜੀ ਤੁਹਾਡੀ ਦਿੱਤੀ ਦਾਤ ਹੈ ਅਤੇ ਤੁਸੀਂ ਹੀ ਲੈ ਜਾਣੀ ਹੈ, ਕਿਉਂਕਿ ਇਹ ਰੱਬ ਦੀ ਦਿੱਤੀ ਦਾਤ ਹੈ, ਨਾ ਤਾਂ ਕੋਈ ਹੋਰ ਦੇਣ ਵਾਲਾ ਹੈ ਅਤੇ ਨਾ ਹੀ ਉਸ ਪਰਮਾਤਮਾ ਤੋਂ ਬਿਨਾਂ ਕੋਈ ਇੱਥੇ ਕਿਸੇ ਨੂੰ ਉਖਾੜਨ ਵਾਲਾ ਹੈ, ਨਾ ਕੋਈ ਖਤਮ ਕਰਨ ਵਾਲਾ ਹੈ। ਜਨਮ ਮਰਨ ਉਸ ਰੱਬ ਦੇ ਹੱਥ ਵਿੱਚ ਹੈ, ਨਾ ਤਾਂ ਇੱਥੇ ਕੋਈ ਕਿਸੇ ਨੂੰ ਮਾਰਦਾ ਹੈ ਅਤੇ ਨਾ ਕਿਸੇ ਨੂੰ ਕੋਈ ਜਿਉਂਦਾ ਕਰ ਸਕਦਾ ਹੈ। ਸਿਰਫ ਇੱਕੋ ਇੱਕ ਪਰਮਾਤਮਾ ਹੈ ਜਿਹੜਾ ਪੈਦਾ ਵੀ ਕਰਦਾ ਹੈ ਅਤੇ ਜਿਹੜਾ ਖਤਮ ਵੀ ਕਰ ਸਕਦਾ ਹੈ। ਸਿਰਫ ਅਤੇ ਸਿਰਫ ਉਹਦੇ ਹੱਥ ਵਿੱਚ ਇਹ ਤਾਕਤ ਹੈ। ਨਾ ਇੱਥੇ ਕੋਈ ਪੈਦਾ ਕਰਨ ਵਾਲਾ ਹੈ, ਨਾ ਕੋਈ ਇੱਥੇ ਭੰਡਾਰ ਜਿਹੜਾ ਖਾਨਦਾਨ ਦੇਣ ਵਾਲਾ ਹੈ, ਅਤੇ ਨਾ ਇੱਥੇ ਕੋਈ ਖਤਮ ਕਰਨ ਵਾਲਾ ਹੈ। ਬੜੇ ਤਰੀਕਿਆਂ ਦੇ ਨਾਲ ਬਣਾਏ ਗਏ ਨਾ ਕਿ ਪੈਦਾ ਕਰਨ ਵਾਲਾ ਵੱਖਰਾ ਹੈ, ਫਿਰ ਜਿਹੜਾ ਰਿਜ਼ਕ ਦਿੰਦਾ ਹੈ ਉਹ ਵੱਖਰਾ ਹੈ, ਅਤੇ ਜਿਹੜਾ ਬੰਦੇ ਨੂੰ ਲੈ ਕੇ ਜਾਂਦਾ ਹੈ, ਬੰਦੇ ਨੂੰ ਮਾਰਦਾ ਹੈ, ਜਿਹਦੇ ਹੱਥ ਵਿੱਚ ਮੌਤ ਹੈ, ਉਹ ਵੱਖਰਾ ਹੈ।
ਹੁਣ ਗੱਲ ਸੁਣੋ ਵੀ ਜਿਹੜਾ ਪੈਦਾ ਵੀ ਕਰਨ ਵਾਲਾ ਹੋਰ ਹੈ ਕੋਈ, ਜਨਮ ਦੇਣ ਵਾਲਾ ਕੋਈ ਹੋਰ ਹੈ, ਖਾਣਾ ਰਿਜ਼ਕ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਹੋਰ ਹੈ ਕੋਈ, ਫਿਰ ਰੱਬ ਦਾ ਕੀ ਰੋਲ ਰਿਹਾ? ਫਿਰ ਰੱਬ ਤਾਂ ਕਿਸੇ ਕੰਮ ਦਾ ਨਹੀਂ ਨਾ। ਅਸਲ ਦੇ ਵਿੱਚ ਉਹ ਪਰਮਾਤਮਾ ਹੀ ਹੈ ਜਿਹੜੇ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ, ਇਸ ਸ੍ਰਿਸ਼ਟੀ ਨੂੰ ਸਾਜ ਕੇ ਬਣਾਉਣ ਵਾਲਾ ਵੀ ਹੈ ਅਤੇ ਇਸ ਸ੍ਰਿਸ਼ਟੀ ਨੂੰ ਢਾਉਣ ਵਾਲਾ ਵੀ ਉਹੀ ਹੈ। ਉਹ ਪਰਮਾਤਮਾ ਕਿਸੇ ਤੋਂ ਪੁੱਛ ਕੇ ਬਣਾਉਂਦਾ ਨਹੀਂ ਅਤੇ ਕਿਸੇ ਨੂੰ ਪੁੱਛ ਕੇ ਉਹ ਢਾਉਂਦਾ ਨਹੀਂ, ਉਹਦੀ ਆਪਣੀ ਰਜ਼ਾ ਹੈ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੇਵਾ ਦੇ। ਉਹ ਕਿਸੇ ਨੂੰ ਨਾ ਦਾ ਪੁੱਛ ਕੇ ਕਿਸੇ ਨੂੰ ਦਿੰਦਾ ਹੈ ਕਿ ਕਿਸੇ ਦੀ ਕਿਤੇ ਖਬਰ ਜਾਂ ਕੋਈ ਕਿਸੇ ਦੀ ਸਿਫਾਰਿਸ਼ ਚੱਲਦੀ ਹੋਵੇ ਉਹਦੇ ਦਰ 'ਤੇ ਉਹਨੂੰ ਲੋੜ ਨਹੀਂ, ਨਾ ਤਾਂ ਉਹਦੇ ਦਰ 'ਤੇ ਕਿਸੇ ਦੀ ਸਿਫਾਰਿਸ਼ ਚੱਲਦੀ ਹੈ, ਨਾ ਕਿਸੇ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ। ਸਤਿਗੁਰੂ ਜੀ ਕਹਿੰਦੇ ਨੇ ਕਿਸੇ ਦੀ ਵੀ ਉਹਦੇ ਦਰ 'ਤੇ ਸਿਫਾਰਿਸ਼ ਨਹੀਂ ਚੱਲਦੀ, ਨਾ ਤਾਂ ਉਹ ਕਿਸੇ ਦੇ ਕਹਿਣ ਦੇ ਉੱਤੇ, ਜਿਵੇਂ ਅੱਜ ਚੱਲਦੇ ਨੇ ਨਾ ਲੋਕਾਂ ਦੀਆਂ ਸਿਫਾਰਿਸ਼ਾਂ, ਸੁਖਣਾ ਸੁਖਦੇ ਨੇ ਕਿ ਆਹ ਕੰਮ ਸਾਡਾ ਹੋ ਜਾਵੇ। ਬੰਦਾ ਥਾਂ ਥਾਂ 'ਤੇ ਜਾਂਦਾ ਹੈ, ਫਿਰ ਗਾਂਹ ਸਿਫਾਰਿਸ਼ ਪਾਉਂਦਾ ਹੈ ਰੱਬ ਦੇ ਦਰ 'ਤੇ, ਆਹ ਕੰਮ ਹੋਣਾ ਚਾਹੀਦਾ ਇਹਨਾਂ। ਉਹ ਰੱਬ ਨੂੰ ਕਿਸੇ ਦੀ ਲੋੜ ਨਹੀਂ, ਉਹਦੇ ਦਰ 'ਤੇ ਕਿਸੇ ਦੀ ਸਿਫਾਰਿਸ਼ ਥੋੜ੍ਹੀ ਚੱਲਦੀ ਹੈ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਨਾ ਤਾਂ ਉਹ ਪੁੱਛ ਕੇ ਕਿਸੇ ਨੂੰ ਬਣਾਉਂਦਾ ਅਤੇ ਨਾ ਢਾਉਂਦਾ, ਉਹਦੀ ਆਪਣੀ ਰਜ਼ਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਉਹਦੀ ਰਜ਼ਾ 'ਚ ਰਹਿਣਾ ਸਿੱਖ, ਇਹੀ ਅਸਲ ਦੇ ਵਿੱਚ ਤੇਰੀ ਜ਼ਿੰਦਗੀ ਦਾ ਸੁਹਲਾ ਹੈ। ਇਹ ਜ਼ਿੰਦਗੀ ਦਾ ਸੁਹਲਾ ਹੈ। ਉਹਦੇ ਘਰ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਰਹਿਣ ਦਾ ਯਤਨ ਕਰ। ਆਪਾਂ ਪੜ੍ਹਦੇ ਆਣਾ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਨਿਰਭਉ ਵਾਲਾ ਸੋਹਿਲਾ ਗਾਉਣ ਦਾ ਯਤਨ ਕਰ, ਜਿਹਦੇ ਨਾਲ ਤੇਰੇ ਵਿੱਚ ਭਾਉ ਆ ਜਾਵੇ, ਨਿਰਭਉ ਨਿਰਮਲ ਭਾਉ ਆ ਜਾਵੇ। ਭਾਉ ਮਤਲਬ ਡਰ। ਡਰ ਦੋ ਤਰੀਕਿਆਂ ਦਾ ਹੈ, ਇੱਕ ਤਾਂ ਵਿਕਾਰਾਂ ਵਾਲਾ ਡਰ, ਦੁਨਿਆਵੀ ਡਰ, ਪਰ ਇੱਕ ਉਸ ਰੱਬ ਦਾ ਡਰ ਆਉਣਾ ਵੀ ਜ਼ਰੂਰੀ ਹੈ, ਭਾਵ ਉਸ ਰੱਬ ਦਾ ਪਾਣਾ। ਡਰ ਰੱਖ ਪਰ ਕਿਸੇ ਹੋਰ ਦਾ ਨਹੀਂ, ਇੱਕ ਅਕਾਲ ਪੁਰਖ ਪਰਮਾਤਮਾ ਦਾ ਡਰ ਰਹਿਣਾ ਚਾਹੀਦਾ। ਕੱਲ੍ਹ ਵੀ ਆਪਾਂ ਪੜ੍ਹ ਰਹੇ ਸਨ, ਪ੍ਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ। ਪ੍ਰਵਾਹ ਕਿਸੇ ਹੋਰ ਦੀ ਨਹੀਂ ਰੱਖਣੀ ਚਾਹੀਦੀ, ਪ੍ਰਵਾਹ ਇੱਕੋ ਦੀ ਰੱਖ, ਉਸ ਅਕਾਲ ਪੁਰਖ ਪਰਮਾਤਮਾ ਦੀ। ਅਤੇ ਸਤਿਗੁਰੂ ਜੀ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ। ਨਿਰਭਉ ਵਾਲਾ ਸੋਹਿਲਾ ਜਦੋਂ ਗਾਉਣਾ ਸ਼ੁਰੂ ਕਰ ਦਿੱਤਾ, ਭਾਵ ਜਦੋਂ ਨਿਰਭਉ ਵਾਲਾ ਗੁਣ ਤੇਰੇ ਵਿੱਚ ਆ ਗਿਆ, ਨਿਰਭਉ ਦਾ ਗੁਣ ਤੂੰ ਧਾਰਨ ਕਰ ਲਿਆ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗਾਉਣਾ ਭਾਵ ਉਸ ਨਿਰਭਉਪਣ ਨੂੰ ਜਿਉਣਾ ਹੁੰਦਾ ਹੈ। ਜਦੋਂ ਤੂੰ ਤੇਰੇ ਸਰੀਰ ਦੇ ਵਿੱਚੋਂ ਉਹ ਨਿਰਭਉਪਣ ਆ ਗਿਆ, ਭਾਵ ਉਹਨੂੰ ਤੂੰ ਗਾ ਰਿਹਾ ਹੈ, ਹੁਣ ਨਿਰਭਉਪਣ ਨੂੰ ਗਾ ਰਿਹਾ ਹੈ, ਨਿਰਭਉ ਵਾਲਾ ਗੁਣ ਤੇਰੇ ਵਿੱਚ ਹੈ। ਅਤੇ ਸਤਿਗੁਰੂ ਜੀ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਮੈਂ ਵਾਰਨੇ ਜਾਂਦਾ ਜਿਤ ਸੋਹਿਲਾ ਸਦਾ ਸੁਖ ਹੋਏ। ਜਿਹਦੇ ਸੋਹਿਲੇ ਨਾਲ, ਭਾਵ ਜਿਹੜੇ ਖੁਸ਼ੀ ਦੇ ਗੀਤ ਦੇ ਨਾਲ, ਨਿਰਭਉ ਵਾਲੇ ਗੁਣ ਦੇ ਨਾਲ, ਜਿਹਦੇ ਨਾਲ ਮੇਰੇ ਅੰਦਰ ਖੇੜਾ ਆ ਗਿਆ, ਮੈਂ ਉਸ ਸੋਹਿਲੇ ਤੋਂ, ਉਸ ਸ਼ਬਦ ਤੋਂ ਸੁਹਾਵਾ ਜਾਂਦਾ ਹਾਂ। ਅਤੇ ਸਤਿਗੁਰੂ ਜੀ ਇਸੇ ਨੂੰ ਕਹਿੰਦੇ ਨੇ ਇਹ ਸੋਹਿਲਾ ਸ਼ਬਦੋ ਸੁਹਾਵਾ। ਕਹਿੰਦੇ ਕਿ ਭਾਈ ਖੁਸ਼ੀ ਦਾ ਗੀਤ ਗਾ। ਸਤਿਗੁਰੂ ਜੀ ਕਹਿੰਦੇ ਗਾਉਣ ਦਾ ਯਤਨ ਕਰ। ਦੁਨੀਆ ਦੇ ਵਿੱਚ ਆਪਾਂ ਆਮ ਵਿਚਰਦੇ ਹਾਂ, ਅਤੇ ਸਤਿਗੁਰੂ ਜੀ ਕਹਿੰਦੇ ਉਸ ਰੱਬ ਨੂੰ ਨਾ ਭੁੱਲੇ, ਉਹਦਾ ਸੋਹਿਲਾ ਵੀ ਤੇਰੇ ਅੰਦਰ ਚੱਲਣਾ ਚਾਹੀਦਾ ਹੈ। ਬਾਹਰੀ ਤੂੰ ਖੁਸ਼ੀ ਬੜੀ ਮਨਾ ਰਿਹਾ ਹੈ, ਖੁਸ਼ੀ ਬੜੇ ਤਰੀਕਿਆਂ ਦੀ ਮਨਾ ਰਿਹਾ ਹੈ, ਬਾਹਰੀ ਸੋਹਿਲੇ ਤਾਂ ਬੜੇ ਗਾ ਰਿਹਾ, ਪਰ ਹਿਰਦੇ ਵਿੱਚ ਵੀ ਸੋਹਿਲਾ ਤੇਰੇ ਚੱਲਣਾ ਚਾਹੀਦਾ ਹੈ। ਅਤੇ ਅੰਦਰ ਸੋਹਿਲਾ ਉਹ ਚਲਾ ਜਿਹਨੇ ਤੈਨੂੰ ਸੁਖੀ ਹਮੇਸ਼ਾ ਰੱਖਣਾ ਹੈ, ਸਦਾ ਸੁਖੀ ਰੱਖਣਾ ਹੈ, ਹਮੇਸ਼ਾ ਦੇ ਲਈ। ਬਾਹਰੀ ਦੁਨਿਆਵੀ ਸੋਹਿਲੇ ਤਾਂ ਵਿਆਹ ਆਇਆ, ਬੱਚੇ ਦਾ ਜਨਮ ਦਿਨ ਆਇਆ, ਜਾਂ ਕੋਈ ਹੋਰ ਮਾਹੌਲ ਆਇਆ ਖੁਸ਼ੀ ਦਾ, ਉਦੋਂ ਗਾ ਲੈ ਬਸ ਠੀਕ ਆ, ਓਨਾ ਕੁ ਟਾਈਮ ਆ, ਉਹਨੇ ਇੱਕ ਦਿਹਾੜੀ 12 ਘੰਟੇ ਖੁਸ਼ੀ ਦੇਣੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਉਹ ਸੋਹਿਲਾ ਹੈ, ਉਹ ਖੁਸ਼ੀ ਦਾ ਗੀਤ ਤੇਰੇ ਅੰਦਰ ਹਮੇਸ਼ਾ ਚੱਲਣਾ ਚਾਹੀਦਾ ਹੈ, ਹਮੇਸ਼ਾ ਹਮੇਸ਼ਾ ਰੱਖ। ਹੁਣ ਬੜੇ ਸਵਾਲ ਇੱਦਾਂ ਆਉਂਦੇ ਨੇ ਕਿ ਭਾਈ ਕੀ ਬਾਹਰੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ, ਜਾਂ ਰੱਖੀਏ ਨਾ, ਜਾਂ ਸਾਡੇ ਬਹੁਤੀਆਂ ਪੰਗਤੀਆਂ ਯਾਦ ਹੁੰਦੀਆਂ ਨੇ ਕਿ ਨੱਚਣ ਕੁੱਦਣ ਮਨ ਕਾ ਚਾਓ, ਕਿ ਬਾਣੀ ਤਾਂ ਆਹ ਗੱਲ ਵੀ ਕਹਿੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਠੀਕ ਹੈ, ਸਾਡੇ ਪੰਗਤੀ ਯਾਦ ਹੈ ਨੱਚਣ ਕੁੱਦਣ ਮਨ ਕਾ ਚਾਓ, ਪਰ ਇਹ ਪ੍ਰਵਾਨ ਤਾਂ ਹੈ, ਅਗਲੇਰਾ ਜਿਹੜੀ ਪੰਗਤੀ ਹੈ, ਅਗਲੇਰਾ ਵਾਕ ਵੀ ਪੜ੍ਹ ਲੈਣਾ ਚਾਹੀਦਾ ਹੈ।
ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਚਿੱਤ ਦੇ ਵਿੱਚ ਉਸ ਰੱਬ ਦਾ ਪ੍ਰੇਮ ਹੈ, ਉਸ ਰੱਬ ਦਾ ਡਰ ਹੈ, ਉਹਨਾਂ ਲਈ ਪ੍ਰਵਾਨ ਹੈ ਨੱਚਣ ਕੁੱਦਣਾ ਵੀ। ਜੇ ਰੱਬ ਦਾ ਡਰ ਰੱਖ ਕੇ, ਰੱਬ ਦਾ ਭਾਣਾ ਰੱਖ ਕੇ ਨੱਚਣ ਕੁੱਦਣ ਕਰ ਰਿਹਾ ਹੈ, ਠੀਕ ਹੈ, ਉਸ ਰੱਬ ਨੂੰ ਪਰ ਚੇਤੇ ਰੱਖ, ਜ਼ਰੂਰ ਚੇਤੇ ਰੱਖ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਸੋਹਿਲਾ ਗਾਇਆ ਕਰ, ਇਹ ਖੁਸ਼ੀ ਦਾ ਗੀਤ ਚਿੱਤ ਵਿੱਚ ਚੱਲਿਆ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਕਹਿੰਦੇ ਇਹ ਸੋਹਿਲਾ ਹੈ ਜਿਹੜਾ ਖੁਸ਼ੀ ਦਾ ਗੀਤ ਹੈ, ਕਿਤੇ ਦੁਨੀਆ ਦੇ ਵਿੱਚ ਕਿਸੇ ਹੋਰ ਥਾਵਾਂ ਤੋਂ ਨਹੀਂ ਮਿਲਦਾ, ਕਿਸੇ ਹੋਰ ਕੋਲੇ ਜਾ ਕੇ ਨਹੀਂ ਮਿਲਦਾ। ਸ਼ਬਦੋ ਸੁਹਾਵਾ, ਸ਼ਬਦ ਵਾਲਾ ਸੋਹਿਲਾ ਹੈ ਜਿਹੜਾ, ਸੁਹਾਵਾ ਸੋਹਿਲਾ ਹੈ ਜਿਹੜਾ ਇਹ ਸਤਿਗੁਰੂ ਤੋਂ ਮਿਲਦਾ ਹੈ, ਸਤਿਗੁਰੂ ਸੁਣਾਉਂਦਾ ਹੈ। ਭਾਵ ਸਤਿਗੁਰੂ ਸੁਣਾਉਂਦਾ ਕੀ ਹੈ? ਸਤਿਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਕੋਲ ਆ ਕੇ ਉਹ ਖੁਸ਼ੀ ਦਾ ਗੀਤ ਸੁਣਿਆ ਕਰੀਏ। ਸ਼ਬਦ ਹੀ ਸਾਡੇ ਲਈ ਸੋਹਿਲਾ ਹੈ ਅਤੇ ਇਸ ਸ਼ਬਦ ਨੂੰ ਸੁਣਿਆ ਕਰੀਏ, ਭਾਵ ਸੁਣ ਕੇ ਉਹਨੂੰ ਜ਼ਿੰਦਗੀ ਵਿੱਚ ਕਮਾਈਏ। ਸਤਿਗੁਰੂ ਸਾਨੂੰ ਸੁਣਾ ਰਿਹਾ ਹੈ, ਇਹ ਹੈ ਸਤਿਗੁਰੂ ਦਾ ਸੁਣਾਉਣਾ। ਅਤੇ ਸੋਹਿਲਾ ਹੈ ਜਿਹੜਾ ਉਹ ਸਿਰਫ ਅਤੇ ਸਿਰਫ ਸਤਿਗੁਰੂ ਕੋਲੋਂ ਸੁਣਿਆ ਜਾ ਸਕਦਾ ਹੈ। ਖੁਸ਼ੀ ਦਾ ਅਸਲ ਜਿਹੜਾ ਸੋਹਿਲਾ ਹੈ, ਦੁਨਿਆਵੀ ਸੋਹਿਲੇ ਤਾਂ ਥੋੜ੍ਹਾ ਟਾਈਮ ਲਈ ਨੇ, ਪਰ ਆਹ ਜਿਹੜਾ ਸੋਹਿਲਾ ਹੈ ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਦਾ ਵਾਸਤੇ ਸਤਿਗੁਰੂ ਸੁਣਾਇਆ। ਸਤਿਗੁਰੂ ਜੀ ਸੁਣਾ ਰਹੇ ਨੇ ਸਦਾ ਵਾਸਤੇ ਖੁਸ਼ ਰਹਿਣ ਦੇ ਲਈ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਅਤੇ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਇਹ ਤਿਨਕੈ ਮਨ ਵਸਿਆ, ਇਹ ਉਹਨਾਂ ਦੇ ਮਨ ਵਿੱਚ ਵਸਦਾ ਹੈ ਜਿਨ ਧੁਰੋਂ ਲਿਖਿਆ ਆਇਆ, ਜਿਨ੍ਹਾਂ ਦੇ ਧੁਰ ਤੋਂ ਲਿਖਿਆ ਹੋਇਆ। ਧੁਰ ਤੋਂ ਭਾਵ ਹੁਣ ਆਪਾਂ ਸਮਝ ਲਈਏ ਕਿ ਜਦੋਂ ਜਨਮ ਲਿੱਤਾ ਰੱਬ ਨੇ ਖੋਰੇ ਲੇਖ ਲਿਖੇ ਹੋਣਗੇ ਅਤੇ ਤਾਂ ਸਾਡੇ ਵਿੱਚ ਸ਼ਬਦ ਆਵੇਗਾ, ਤਾਂ ਰੱਬ ਦੀ ਕਿਰਪਾ ਹੋਵੇਗੀ। ਨਹੀਂ, ਧੁਰੋਂ ਦਾ ਭਾਵ ਇਹ ਹੈ ਜਿੱਦੋਂ ਤੂੰ ਚੰਗੇ ਵਾਲੇ ਪਾਸੇ ਸ਼ੁਰੂ ਕਰਨ ਦਿੱਤਾ, ਤੇਰੇ ਚੰਗੇ ਲੇਖ ਬਣਨੇ ਸ਼ੁਰੂ ਹੋ ਗਏ, ਉਹ ਤੇਰਾ ਧੁਰਾ ਬਣ ਜਾਂਦਾ ਹੈ। ਧੁਰਾ ਭਾਵ ਇੱਕ ਅਕਾਲ ਪੁਰਖ ਪਰਮਾਤਮਾ ਮੁੱਢ ਜਿਹੜਾ ਤੇਰੇ ਵਿੱਚ ਬੈਠਾ ਹੋਇਆ, ਉਹਦੇ ਨਾਲ ਜੁੜ, ਧੁਰ ਦੇ ਨਾਲ ਜੁੜ। ਧੁਰੋਂ ਲਿਖਿਆ ਆਇਆ, ਧੁਰੋਂ ਭਾਵ ਉਸ ਅਕਾਲ ਪੁਰਖ ਪਰਮਾਤਮਾ ਤੋਂ ਜਿਹੜਾ ਮੁੱਢ ਹੈ, ਉਹ ਜਿਹੜਾ ਚੀਜ਼ ਲਿਖਦਾ ਹੈ, ਤੂੰ ਉਹਦੇ ਨਾਲ ਜੁੜ, ਤੇਰਾ ਜਿਹੜਾ ਭਾਗ ਹੈ, ਤੇਰਾ ਲੇਖ ਸੋਹਣਾ ਬਣ ਜਾਵੇਗਾ। ਇਹ ਤਿਨਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਜਿਹੜਾ ਉਸ ਧੁਰੇ ਦੇ ਨਾਲ ਜੁੜ ਗਿਆ, ਜਿਹੜਾ ਉਸ ਮੁੱਢ ਦੇ ਨਾਲ ਜੁੜ ਗਿਆ, ਉਹਦੇ ਭਾਗ ਚੰਗੇ ਬਣਦੇ ਨੇ। ਇਹ ਸੋਹਿਲਾ ਉਹਦੇ ਚਿੱਤ ਵਿੱਚ ਵਸਦਾ ਹੈ ਜਿਹੜੇ ਧੁਰੇ ਦੇ ਨਾਲ ਜੁੜ ਗਏ। ਲੋੜ ਹੈ ਸਾਨੂੰ ਧੁਰੇ ਦੇ ਨਾਲ ਜੁੜਨ ਦੀ। ਅਸੀਂ ਉਸ ਧੁਰੇ ਨੂੰ ਟੁੱਟ ਕੇ ਖੁਸ਼ੀ ਦੇ ਗੀਤ ਹੋਰ ਬਹੁਤੇ ਬਣਾ ਲਏ, ਖੁਸ਼ੀ ਮਨਾਉਣ ਦੇ ਲਈ ਅਸੀਂ ਹੋਰ ਬਹੁਤਾ ਕੁਝ ਕਰਨ ਲੱਗ ਪਏ। ਪਰ ਜਿਹੜਾ ਗੁਰੂ ਨੇ ਸਿਧਾਂਤ ਦਿੱਤਾ ਸੀ, ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਸੀ ਕਿ ਭਾਈ ਧੁਰੇ ਦੇ ਨਾਲ ਜੁੜ ਕੇ ਤੂੰ ਖੁਸ਼ ਰਹਿ ਸਕਦਾ ਸੀ, ਉਸ ਧੁਰੇ ਦੇ ਨਾਲੋਂ ਟੁੱਟ ਗਏ। ਖੁਸ਼ ਕਿਹੜੇ ਕੰਮਾਂ ਦੇ ਨਾਲ ਰਹੀਏ? ਅਸੀਂ ਖੁਸ਼ੀ ਤਾਂ ਗਾਇਬ ਹੋ ਗਈ ਸਾਡੇ ਵਿੱਚੋਂ, ਖੁਸ਼ੀ ਤਾਂ ਨਿਕਲ ਗਈ। ਖੁਸ਼ ਕਿਵੇਂ ਹੋਈਏ? ਦੁਨਿਆਵੀ ਸਹੂਲਤਾਂ ਬਹੁਤ ਵੱਧ ਗਈਆਂ, ਪਰ ਜਿਹੜਾ ਹਾਸਾ ਸੀ ਉਹ ਨਿਕਲ ਗਿਆ। ਅੱਜ ਬਣਾਉਟੀ ਹਾਸੇ ਹੱਸਦੇ ਹਾਂ, ਅਸੀਂ ਨਿਕਲ ਗਿਆ, ਖੁਸ਼ੀ ਨਿਕਲ ਗਈ। ਬਣਾਉਟੀ ਹਾਸਿਆਂ ਦੇ ਲਈ ਅੱਜ ਤਿਆਰ ਹਾਂ, ਬਣਾਉਟੀ ਹਾਸੇ ਹੱਸੇ ਜਾਂਦੇ ਨੇ, ਪਰ ਅਸਲ ਦਾ ਜਿਹੜਾ ਸੱਚ ਸੀ, ਅਸਲ ਜਿਹੜਾ ਖੁਸ਼ੀ ਸੀ ਉਹ ਨਿਕਲ ਗਈ। ਅਸਲ ਆਨੰਦ ਸੀ ਜਿਹੜਾ ਨਿਕਲ ਗਿਆ, ਉਹ ਸਿਰਫ ਅਤੇ ਸਿਰਫ ਗੁਰੂ ਦੇ ਨਾਲ ਜੁੜਿਆ ਆ ਸਕਦਾ ਹੈ। ਘਰਾਂ ਦੇ ਵਿੱਚ ਖੁਸ਼ੀ ਵਾਲਾ ਮਾਹੌਲ, ਘਰਾਂ ਦੇ ਵਿੱਚ ਆਨੰਦ ਲੈ ਕੇ ਆਉਣਾ ਹੈ ਤਾਂ ਰੱਬ ਦੇ ਨਾਲ, ਗੁਰੂ ਦੇ ਨਾਲ ਜੁੜ ਜਾਈਏ, ਖੁਸ਼ੀ ਦੁਬਾਰੇ ਬਰਕਰਾਰ ਹੋ ਸਕਦੀ ਹੈ, ਖੁਸ਼ ਰਹਿ ਸਕਦੇ ਹਾਂ ਅਸੀਂ। ਦੁਖੀ ਹੋਣ ਦੀ ਲੋੜ ਨਹੀਂ। ਸਾਡੇ ਕੋਲੇ ਤਾਂ ਇਤਨਾ ਵੱਡਾ ਖਜ਼ਾਨਾ ਹੈ, ਸਾਡੇ ਕੋਲੇ ਤਾਂ ਖੁਸ਼ੀ ਦਾ ਐਡਾ ਖਜ਼ਾਨਾ ਹੈ ਕਿ ਜਿਹਦੇ ਨਾਲ ਜੁੜ ਕੇ ਅਸੀਂ ਆਨੰਦ ਲੈ ਸਕਦੇ ਹਾਂ, ਜ਼ਿੰਦਗੀ ਵਿੱਚ ਖੁਸ਼ੀਆਂ ਹਾਸੇ ਲੈ ਸਕਦੇ ਹਾਂ। ਪਰ ਜੁੜਨਾ ਸਾਨੂੰ ਖੁਦ ਨੂੰ ਪਵੇਗਾ, ਤੁਰਨਾ ਪਵੇਗਾ, ਗੁਰੂ ਦੇ ਦਰ 'ਤੇ ਆਉਣਾ ਪਵੇਗਾ, ਉਹਦਾ ਸ਼ਬਦ ਸੁਣਨਾ ਪਵੇਗਾ, ਫਿਰ ਆਨੰਦ ਆ ਸਕਦਾ, ਫਿਰ ਖੁਸ਼ੀ ਆ ਸਕਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਤਿਨਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਅਤੇ ਅੱਗੇ ਸਤਿਗੁਰੂ ਜੀ ਕਹਿੰਦੇ ਇੱਕ ਫਿਰੈ ਘਨੇਰੇ ਕਰੈ ਗੱਲਾਂ, ਗੱਲੀ ਕਿਨੈ ਨ ਪਾਇਆ। ਕਹਿੰਦੇ ਅਨੇਕਾਂ ਇੱਥੇ ਤੁਰੇ ਫਿਰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਸ਼ਬਦ ਤਾਂ ਨਹੀਂ ਹੈ, ਪਰ ਗਿਆਨ ਦੀਆਂ ਗੱਲਾਂ ਜ਼ਰੂਰ ਕਰਦੇ ਨੇ। ਮਨ ਦੇ ਵਿੱਚ ਖੁਸ਼ੀ ਨਹੀਂ, ਮਨ ਦੇ ਵਿੱਚ ਉਹ ਆਨੰਦ ਨਹੀਂ,
ਪਰ ਗੱਲਾਂ ਬਹੁਤੀਆਂ ਕਰਦੇ ਨੇ ਉਸ ਰੱਬ ਦੇ ਨਾਮ ਦੀਆਂ। ਕਹਿੰਦੇ ਨਿਰੀਆਂ ਗੱਲਾਂ ਦੇ ਨਾਲ ਆਤਮਿਕ ਆਨੰਦ ਨਹੀਂ ਮਿਲ ਜਾਂਦਾ ਹੁੰਦਾ। ਆਤਮਿਕ ਆਨੰਦ ਤਾਂ ਉਹਨਾਂ ਗੱਲਾਂ ਨੂੰ ਕਮਾ ਕੇ ਮਿਲਣਾ ਹੈ, ਉਹਨਾਂ ਨੂੰ ਕਮਾ ਕੇ। ਜਿੰਨਾ ਟਾਈਮ ਉਹਨਾਂ ਗੱਲਾਂ ਨੂੰ ਕਮਾਉਂਦਾ ਨਹੀਂ, ਫਿਰ ਉਹਨਾਂ ਟਾਈਮ ਆਨੰਦ ਨਹੀਂ ਆਉਂਦਾ। ਅੰਦਰੋਂ ਤਾਂ ਦੁਖੀ ਹੈ, ਪਰ ਬਾਹਰੋਂ ਗੱਲਾਂ ਬੜੀਆਂ ਸੋਹਣੀਆਂ ਬਾਹਰੋਂ ਤਾਂ ਕਰ ਲੈਂਦਾ, ਪਰ ਅੰਦਰੋਂ ਜਿਹੜਾ ਸੋਹਿਲਾ ਹੈ ਉਹ ਅੰਦਰ ਜੋੜ। ਸੋਹਿਲਾ ਭਾਵ ਸ਼ਬਦ ਸੋਹਿਲੇ ਨੂੰ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਰੂਪੀ ਸੋਹਿਲੇ ਨੂੰ ਅੰਦਰ ਜੋੜ ਲੈ। ਗੁਰੂ ਦਾ ਸ਼ਬਦ ਹੀ ਸਾਡੇ ਲਈ ਸਭ ਤੋਂ ਵੱਡੀ ਦਾਤ ਹੈ। ਗੁਰੂ ਦਾ ਸ਼ਬਦ ਹੀ ਸਾਡੇ ਲਈ ਆਨੰਦ ਖੇੜਾ ਪੈਦਾ ਕਰਦਾ ਹੈ, ਅਤੇ ਸਤਿਗੁਰੂ ਸ਼ਬਦ ਦੇ ਰੂਪ ਵਿੱਚ ਹੀ ਸਾਡੇ ਵਿੱਚ ਵਸੇਗਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਉਣਾ ਭਾਵ ਉਹਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਧਾਰਨ ਕਰ ਲੈਣਾ ਹੀ ਸਤਿਗੁਰੂ ਨੂੰ ਪਾਉਣਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਆਹ ਜਿਹੜਾ ਸੋਹਿਲਾ ਹੈ ਗੁਰੂ ਦੇ ਉਪਦੇਸ਼ ਰੂਪੀ ਸੋਹਿਲਾ ਆਪਣੇ ਚਿੱਤ ਵਿੱਚ ਲਿਆ, ਇਹੀ ਆਨੰਦ ਖੁਸ਼ੀ ਦਾ ਗੀਤ ਹੈ। ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲੀ ਕਿਨ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਉਹ ਸੋਹਿਲਾ ਸ਼ਬਦ ਸੋਹਿਲਾ ਹੈ ਜਿਹੜਾ ਉਹ ਸਿਰਫ ਅਤੇ ਸਿਰਫ ਗੁਰੂ ਸਤਿਗੁਰੂ ਦੇ ਦਰ 'ਤੇ ਆ ਕੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਆ ਕੇ ਹੀ ਖੁਸ਼ੀ ਦਾ ਗੀਤ ਲੈ ਸਕਦੇ ਹਾਂ। ਨਹੀਂ ਤਾਂ ਦੁਨੀਆ ਦੇ ਵਿੱਚ ਬੰਦੇ ਬੜੇ ਗੀਤ ਗਾਏ ਗਏ, ਬੜੇ ਗਾ ਰਹੇ ਨੇ, ਖੁਸ਼ੀ ਭਰੇ ਗਾ ਰਹੇ ਨੇ ਕਿ ਖੁਸ਼ੀ ਵਾਲਾ ਹੈ, ਜਿਹੜਾ ਵਧੀਆ ਹੈ, ਚਿੱਤ ਨੂੰ ਠੀਕ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਉਹ ਸਦਾ ਲਈ ਨਹੀਂ, 1-2 ਮਿੰਟ ਵਾਸਤੇ ਹੋ ਸਕਦਾ ਹੈ। ਪਰ ਜਿਹੜਾ ਗੁਰੂ ਸੋਹਿਲਾ ਸੁਣਾ ਰਿਹਾ ਹੈ, ਜਿਹੜਾ ਗੁਰੂ ਗੀਤ ਸੁਣਾ ਰਿਹਾ ਹੈ, ਇਹ ਸਦਾ ਵਾਸਤੇ ਹੈ। ਜਿਹੜਾ ਤੇਰਾ ਚਿੱਤ ਤੇਰਾ ਖੇੜਾ ਬਣਾ ਕੇ ਰੱਖੇਗਾ, ਤੇਰੇ ਚਿੱਤ ਨੂੰ ਆਨੰਦ ਵਿੱਚ ਰੱਖੇਗਾ। ਕੋਸ਼ਿਸ਼ ਕਰੀਏ ਅਸੀਂ ਵੀ ਸ਼ਬਦ ਸੋਹਿਲੇ ਦੇ ਨਾਲ ਜੁੜਨ ਦੀ। ਸ਼ਬਦ ਸੋਹਿਲਾ ਜਿਹੜਾ ਹਮੇਸ਼ਾ ਲਈ ਸਾਡੀ ਜ਼ਿੰਦਗੀ ਵਿੱਚ ਖੇੜੇ ਨੂੰ ਬਰਕਰਾਰ ਰੱਖੇ, ਆਨੰਦ ਨੂੰ ਬਰਕਰਾਰ ਰੱਖੇ, ਤਾਂ ਹੀ ਸਾਡੇ ਚਿੱਤ ਵਿੱਚ ਆਨੰਦ ਵਾਲੀ ਅਵਸਥਾ ਬਣ ਸਕਦੀ ਹੈ। ਤਾਂ ਹੀ ਅਸੀਂ ਅੰਦਰੋਂ ਸੁਖੀ ਅਤੇ ਬਾਹਰੋਂ ਸੁਖੀ ਬਣ ਸਕਦੇ ਹਾਂ। ਸਾਡਾ ਪਰਿਵਾਰ, ਸਾਡਾ ਏਰੀਆ, ਸਾਡਾ ਸੰਸਾਰ, ਸਾਡਾ ਸਮਾਜ ਹੈ ਜਿਹੜਾ ਖੁਸ਼ ਹੋ ਸਕਦਾ ਹੈ। ਪਰ ਹੋਣਾ ਗੁਰੂ ਦੇ ਨਾਲ ਜੁੜ ਕੇ ਹੈ। ਦੁਬਾਰਾ ਗੁਰੂ ਦੇ ਨਾਲ ਜੁੜ ਜਾਈਏ। ਗੁਰੂ ਤੋਂ ਟੁੱਟ ਕੇ ਤਾਂ ਭਾਈ ਦੁੱਖ ਹੀ ਪੱਲੇ ਨੇ। ਸੱਚਾ ਸੋਹਿਲਾ ਤਾਂ ਸਿਰਫ ਅਤੇ ਸਿਰਫ ਗੁਰੂ ਸੁਣਾਉਂਦਾ ਹੈ। ਜੇ ਖੁਸ਼ੀਆਂ ਘਰਾਂ ਵਿੱਚ ਲੈ ਕੇ ਆਉਣੀਆਂ ਨੇ ਤਾਂ ਭਾਈ ਗੁਰੂ ਦੇ ਨਾਲ ਜੁੜ ਜਾਈਏ। ਗੁਰੂ ਨਾਲ ਜੁੜਨਾ ਭਾਵ ਗੁਰੂ ਦੇ ਉਪਦੇਸ਼ ਨਾਲ ਜੁੜ ਜਾਈਏ, ਉਸ ਨੂੰ ਬਰਕਰਾਰ ਰੱਖੀਏ, ਤਾਂ ਸਦਾ ਲਈ ਆਨੰਦ ਸਾਡੇ ਵਿੱਚ ਆ ਸਕਦਾ ਹੈ। ਦਾਤਾ ਰਹਿਮਤ ਕਰੇ। ਅਗਲੇਰੇ ਬੰਦਾਂ ਦੇ ਵਿਚਾਰ ਆਪਾਂ ਆਉਂਦੇ ਸਮੇਂ ਵਿੱਚ ਸਮਝਣ ਦਾ ਯਤਨ ਕਰਾਂਗੇ, ਵਿਚਾਰਨ ਦਾ ਯਤਨ ਕਰਾਂਗੇ। ਕੋਸ਼ਿਸ਼ ਕਰਿਆ ਕਰੋ ਭਾਈ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰਨ ਦੀ, ਤਾਂ ਜੋ ਵਿਚਾਰਾਂ ਹੁੰਦੀਆਂ ਨੇ ਆਪਾਂ ਸਾਂਝੀਆਂ ਕਰਦੇ ਹਾਂ, ਉਹਨਾਂ ਦਾ ਉਪਦੇਸ਼ ਸਾਡੇ ਘਰਾਂ ਤੱਕ ਪਹੁੰਚ ਸਕੇ।